ਮਦਰ ਟੈਰੇਸਾ ਦੀਨ ਦੁਖੀਆਂ ਦੀ ਸੇਵਾ ਕਰਨ ਵਾਲੀ ਇੱਕ ਰੱਬ ਦੀ ਮੂਰਤ ਸੀ। ਉਸਨੇ ਆਪਣੇ ਸਾਰੇ ਸੁੱਖ ਤਿਆਗ ਕੇ ਲੋੜਵੰਦਾਂ ਦੀ ਮਦਦ ਕੀਤੀ ਤੇ ਜਸ ਖੱਟਿਆ। ਜੋ ਨੇਕੀ ਦੇ ਰਾਹ ਤੇ ਤੁਰਦੇ ਹਨ, ਦੁਨੀਆ ਉਹਨਾਂ ਦਾ ਬਹੁਤ ਮਾਣ ਕਰਦੀ ਹੈ। ਆਓ ਜਾਣੀਏ ਕਿ ਮਦਰ ਟੈਰੇਸਾ ਨੇ ਕਿਵੇਂ ਆਪਣਾ ਸਾਰਾ ਜੀਵਨ ਦੁਖੀਆਂ ਦੀ ਸੇਵਾ ਵਿੱਚ ਬਤੀਤ ਕੀਤਾ। ਨੀਲੀ ਕੰਨੀ ਵਾਲੀ ਸਫੇਦ ਸਾੜੀ ਵਿੱਚ ਲਿਪਟੀ ਮਦਰ ਟੈਰੇਸਾ ਨੂੰ ਕੌਣ ਨਹੀਂ ਜਾਣਦਾ, ਜਿਸ ਨੇ ਆਪਣੀ ਅਣਥੱਕ ਸੇਵਾ ਨਾਲ ਸਾਰੀ ਮਨੁੱਖਤਾ ਦਾ ਦਿਲ ਜਿੱਤ ਲਿਆ। ਇਹਨਾਂ ਦੇ ਲੋਕਾਂ ਪ੍ਰਤੀ ਪਿਆਰ ਭਰੇ ਰਵੱਈਏ ਕਾਰਨ ਹੀ ਇਹਨਾਂ ਨੂੰ ਮਦਰ ਕਿਹਾ ਜਾਂਦਾ ਹੈ। ਇੱਕ ਛੋਟੇ ਜਿਹੇ ਕੱਦ, ਪਤਲੇ ਜਿਹੇ ਸਰੀਰ, ਚਿਹਰੇ ਤੇ ਝੁਰੜੀਆਂ, ਅੰਦਰ ਨੂੰ ਧਸੀਆਂ ਹੋਈਆਂ ਅੱਖਾਂ ਵਾਲੀ ਇਹ ਬਜ਼ੁਰਗ ਔਰਤ ਦੇਖਣ ਨੂੰ ਮਮਤਾ ਦੀ ਮੂਰਤ ਲੱਗਦੀ ਸੀ। ਮਦਰ ਟੈਰੇਸਾ ਦਾ ਜਨਮ 27 ਅਗਸਤ 1910 ਈਸਵੀ ਨੂੰ ਯੂਗੋਸਲਾਵੀਆ ਦੇ ਇੱਕ ਪ੍ਰਸਿੱਧ ਸ਼ਹਿਰ ਸਕੋਪਲੇ ਵਿੱਚ ਹੋਇਆ। ਇਹਨਾਂ ਦਾ ਬਚਪਨ ਦਾ ਨਾਂ ਐਗਨਸ ਗੋਵੰਸਾ ਬਿਆਜ਼ੂ ਸੀ। ਇਹਨਾਂ ਦੇ ਪਿਤਾ ਇੱਕ ਸਟੋਰ ਕੀਪਰ ਦੀ ਨੌਕਰੀ ਕਰਦੇ ਸਨ। ਮਿਸ਼ਨਰੀਆਂ ਦੁਆਰਾ ਕੀਤੇ ਜਾਂਦੇ ਪਰ ਉਪਕਾਰ ਅਤੇ ਸੇਵਾ ਦੇ ਕੰਮਾਂ ਨੇ ਇਸ ਦੇ ਮਨ ਤੇ ਡੂੰਘਾ ਅਸਰ ਪਾਇਆ। ਇਸ ਲਈ ਇਸਨੇ ਬਚਪਨ ਤੋਂ ਹੀ ਆਪਣੇ ਆਪ ਨੂੰ ਸੇਵਾ ਭਾਵਨਾ ਵੱਲ ਲਗਾ ਦਿੱਤਾ। ਮਦਰ ਟੈਰੇਸਾ ਅਜੇ 12 ਸਾਲਾਂ ਦੀ ਹੀ ਸੀ ਕਿ ਉਸਨੇ ਮਹਿਲਾ ਪਾਦਰੀ ਬਣਨ ਲਈ ਮਨ ਬਣਾ ਲਿਆ। 18 ਸਾਲਾਂ ਦੀ ਭਰੀ ਜਵਾਨੀ ਦੀ ਉਮਰ ਵਿੱਚ ਉਸਨੇ ਆਇਰਿਸ਼ ਸੰਸਥਾ ਵਿੱਚ ਜਾ ਕੇ ਮਹਿਲਾ ਪਾਦਰੀ ਦਾ ਪਹਿਰਾਵਾ ਸਜਾ ਲਿਆ। ਸੰਸਥਾ ਨੇ ਇਸ ਮਹਿਲਾ ਪਾਦਰੀ ਨੂੰ 28 ਨਵੰਬਰ 1929 ਈਸਵੀ ਨੂੰ ਧਰਮ ਪ੍ਰਚਾਰ ਹਿਤ ਕਲਕੱਤੇ ਭਾਰਤ ਭੇਜਿਆ। ਕਲਕੱਤੇ ਆ ਕੇ ਐਗਨਸ ਨੇ ਅਧਿਆਪਿਕਾ ਦਾ ਕਿੱਤਾ ਅਪਣਾਇਆ। ਉਹ ਇੱਕ ਅਜਿਹੇ ਸਕੂਲ ਵਿੱਚ ਜਾਂਦੀ ਜਿਹੜਾ ਸ਼ਹਿਰ ਦੀ ਬਹੁਤ ਜ਼ਿਆਦਾ ਗੰਦੀ ਆਬਾਦੀ ਵਿੱਚ ਸਥਿਤ ਸੀ। ਉਹ ਇਸ ਸਕੂਲ ਵਿੱਚ ਭੂਗੋਲ ਦਾ ਵਿਸ਼ਾ ਪੜ੍ਹਾਉਂਦੀ ਸੀ। ਪਿੱਛੋਂ ਇਸੇ ਸਕੂਲ ਵਿੱਚ ਉਹ ਪ੍ਰਿੰਸੀਪਲ ਬਣੀ। ਇਸ ਪਦਵੀ ਤੇ ਉਸਨੇ ਕਈ ਸਾਲ ਕੰਮ ਕੀਤਾ। 1931 ਵਿੱਚ ਉਸਨੇ ਆਪਣਾ ਉਪਨਾਮ ਟੈਰੇਸਾ ਰੱਖ ਲਿਆ। ਮਦਰ ਟੈਰੇਸਾ ਦਾ ਮਨ ਹਰ ਵੇਲੇ ਲੋਕ ਸੇਵਾ ਵੱਲ ਹੀ ਝੁਕਿਆ ਰਹਿੰਦਾ ਸੀ। ਉਹ ਆਪਣਾ ਸਾਰਾ ਜੀਵਨ ਲੋਕ ਸੇਵਾ ਵੱਲ ਲਗਾਉਣ ਤੇ ਹੀ ਤੁਲੀ ਹੋਈ ਸੀ। ਕਹਿੰਦੇ ਹਨ ਕਿ ਉਸ ਦੇ ਅੰਦਰੋਂ ਹੀ ਇਹ ਆਵਾਜ਼ ਉੱਠੀ ਸੀ ਕਿ ਉਸ ਨੂੰ ਸਭ ਕੁਝ ਛੱਡ ਕੇ ਲੋਕ ਸੇਵਾ ਵੱਲ ਜੁਟ ਜਾਣਾ ਚਾਹੀਦਾ ਹੈ। ਸਨ 1946 ਵਿੱਚ ਟੈਰੇਸਾ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਦਾ ਉਸਦੇ ਮਨ ਤੇ ਬਹੁਤ ਹੀ ਡੂੰਘਾ ਪ੍ਰਭਾਵ ਪਿਆ। ਇਸ ਘਟਨਾ ਨੇ ਉਹਨਾਂ ਦੇ ਜੀਵਨ ਦੇ ਦ੍ਰਿਸ਼ਟੀਕੋਣ ਨੂੰ ਬਦਲ ਕੇ ਹੀ ਰੱਖ ਦਿੱਤਾ। ਟੈਰੇਸਾ ਹਰ ਸਾਲ ਦੀ ਤਰ੍ਹਾਂ ਸੈਰ ਸਪਾਟੇ ਵਾਸਤੇ ਦਾਰਜੀਲਿੰਗ ਆਈ ਹੋਈ ਸੀ। ਉਹ ਹਵਾਖੋਰੀ ਲਈ ਘਰੋਂ ਬਾਹਰ ਨਿਕਲੀ। ਅਚਾਨਕ ਹੀ ਉਸ ਨੂੰ ਸੜਕ ਦੇ ਕਿਨਾਰੇ ਇੱਕ ਬੇਸਹਾਰਾ ਤੇ ਦੁਖੀ ਬੁੱਢੀ ਮਿਲੀ। ਉਹ ਇਸਤਰੀ ਸਖਤ ਬਿਮਾਰ ਸੀ। ਉਹ ਆਪਣੀ ਬਿਮਾਰੀ ਦੀ ਪੀੜਾ ਨਾਲ ਕੁਰਲਾ ਰਹੀ ਸੀ। ਟੈਰੇਸਾ ਤੋਂ ਉਸ ਇਸਤਰੀ ਦਾ ਦੁੱਖ ਦੇਖਿਆ ਨਾ ਗਿਆ। ਉਸ ਦੇ ਦਿਲ ਤੇ ਗਹਿਰੀ ਸੱਟ ਵੱਜੀ। ਉਹ ਤਰਸ ਦੀ ਭਾਵਨਾ ਨਾਲ ਉਸ ਨੂੰ ਹਸਪਤਾਲ ਚੁੱਕ ਕੇ ਲੈ ਗਈ। ਹਸਪਤਾਲ ਵਿੱਚ ਕਿਸੇ ਨੇ ਵੀ ਉਸ ਬੁੱਢੀ ਤੇ ਕੋਈ ਤਰਸ ਨਾ ਖਾਧਾ।
ਉਹ ਹੋਰ ਹਸਪਤਾਲਾਂ ਦੇ ਡਾਕਟਰਾਂ ਕੋਲ ਵੀ ਗਈ, ਪਰੰਤੂ ਉਸ ਬੁੱਢੀ ਦਾ ਇਲਾਜ ਕਰਨ ਲਈ ਕੋਈ ਵੀ ਤਿਆਰ ਨਾ ਹੋਇਆ। ਉਹ ਦੁੱਖ ਦੇ ਨਾਲ ਕੁਰਲਾ ਉੱਠੀ। ਜਦੋਂ ਟੈਰੇਸਾ ਨੇ ਹਸਪਤਾਲ ਦੇ ਡਾਕਟਰਾਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ, ਤੁਸੀਂ ਕਿੱਦਾਂ ਦੇ ਡਾਕਟਰ ਹੋ? ਮਰੀਜ਼ ਸਾਹਮਣੇ ਤੜਫ ਰਿਹਾ ਹੈ, ਪਰ ਤੁਸੀਂ ਪੱਥਰ ਦਿਲ ਬਣੇ ਬੈਠੇ ਹੋ ਕਿ ਮਰੀਜ਼ ਦਾ ਇਲਾਜ ਕਰਨਾ ਤੁਹਾਡਾ ਫਰਜ਼ ਨਹੀਂ। ਮਦਰ ਟੈਰੇਸਾ ਦੀਆਂ ਲਾਹਨਤਾਂ ਤੋਂ ਸ਼ਰਮਿੰਦੇ ਹੋਏ ਡਾਕਟਰਾਂ ਨੇ ਉਸ ਬੁੱਢੀ ਔਰਤ ਦਾ ਇਲਾਜ ਕਰਨਾ ਸਵੀਕਾਰ ਕਰ ਲਿਆ, ਪਰੰਤੂ ਉਸ ਦਾ ਰੋਗ ਇੱਥੋਂ ਤੱਕ ਵੱਧ ਚੁੱਕਾ ਸੀ ਕਿ ਕੋਈ ਵੀ ਦਵਾ ਦਾਰੂ ਉਸ ਇਸਤਰੀ ਨੂੰ ਬਚਾ ਨਾ ਸਕੀ। ਉਹ ਰੱਬ ਨੂੰ ਪਿਆਰੀ ਹੋ ਗਈ। ਇਸ ਘਟਨਾ ਦਾ ਟੈਰੇਸਾ ਦੇ ਮਨ ਤੇ ਇੰਨਾ ਅਸਰ ਹੋਇਆ ਕਿ ਉਹ ਆਪਣੇ ਸਾਰੇ ਸੁੱਖ ਤਿਆਗ ਕੇ ਟੈਰੇਸਾ ਤੋਂ ਮਦਰ ਟੈਰੇਸਾ ਬਣ ਗਈ। ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਮਦਰ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਗਰੀਬਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ। ਉਸਨੇ ਸਾਰੇ ਸੁੱਖ ਤਿਆਗ ਕੇ ਆਪਣਾ ਸਾਰਾ ਜੀਵਨ ਗਰੀਬ ਤੇ ਅਨਾਥ ਰੋਗੀਆਂ ਲਈ ਅਰਪਣ ਕਰ ਦਿੱਤਾ। ਉਹ ਗਰੀਬਾਂ ਦੀ ਦੁਨੀਆ ਵਿੱਚ ਜਾ ਕੇ ਰਹਿਣ ਲੱਗੀ ਤੇ ਉਹਨਾਂ ਦੀ ਸੇਵਾ ਵਿੱਚ ਤਨੋ ਮਨੋ ਜੁਟ ਪਈ। ਉਸ ਘੜੀ ਤੋਂ ਉਸਨੇ ਸਾਰਾ ਸਮਾਂ ਗਰੀਬ ਰੋਗੀਆਂ, ਅਨਾਥ ਬੱਚਿਆਂ, ਕੋੜੀਆਂ ਤੇ ਦੁਰਕਾਰੇ ਹੋਏ ਬੱਚਿਆਂ ਦੀ ਸੇਵਾ ਵਿੱਚ ਲਗਾ ਦਿੱਤਾ। ਉਸਨੇ ਭੁੱਖਿਆਂ ਨੂੰ ਰੋਟੀ ਦਿੱਤੀ, ਪਿਆਸਿਆਂ ਨੂੰ ਪਾਣੀ, ਨਿਥਾਵਿਆਂ ਨੂੰ ਥਾਂ, ਡਿੱਗਦਿਆਂ ਨੂੰ ਸਹਾਰਾ ਦਿੱਤਾ। ਉਹ ਗੰਦੇ ਜ਼ਖਮਾਂ ਨੂੰ ਸਾਫ਼ ਕਰਕੇ ਪੱਟੀਆਂ ਕਰਦੀ। ਉਸਨੇ ਕੂੜੇ ਦੇ ਢੋਲਾਂ ਵਿੱਚੋਂ ਬੱਚਿਆਂ ਨੂੰ ਚੁੱਕ ਕੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਜੀਵਨ ਤੋਂ ਉਪਰਾਮ ਹੋਇਆਂ ਨੂੰ ਗਲ ਨਾਲ ਲਾਇਆ। ਅਨਾਥਾਂ ਨੂੰ ਕੁੱਛੜ ਚੁੱਕ ਕੇ ਪਿਆਰ ਦਿੱਤਾ। ਸਰਬੱਤ ਦਾ ਭਲਾ ਮੰਗਿਆ ਤੇ ਦੁਖੀਆਂ ਲਈ ਪ੍ਰਾਰਥਨਾ ਕੀਤੀ। ਇਸ ਤਰ੍ਹਾਂ ਮਦਰ ਟੈਰੇਸਾ ਮੌਤ ਕਿਨਾਰੇ ਖਲੋਤੇ ਲੋਕਾਂ ਲਈ ਲੋ ਅਰਥਾਤ ਆਸ ਦਾ ਚਿੰਨ੍ਹ ਬਣ ਕੇ ਉੱਭਰੀ। ਮਦਰ ਟੈਰੇਸਾ ਲੋਕ ਸੇਵਾ ਨੂੰ ਪ੍ਰਭੂ ਈਸਾ ਦੀ ਦਿੱਤੀ ਹੋਈ ਪ੍ਰੇਰਨਾ ਮੰਨਦੀ ਸੀ। ਇਸੇ ਲਈ ਉਹਨਾਂ ਨੇ ਈਸਾ ਦੇ ਸੰਦੇਸ਼ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾ ਲਿਆ। ਕਹਿੰਦੇ ਹਨ, ਜਦੋਂ ਟੈਰੇਸਾ ਨੇ ਇਹ ਮਹਾਨ ਕਾਰਜ ਆਰੰਭਿਆ, ਉਸ ਕੋਲ ਸਿਰਫ 5 ਰੁਪਏ ਸਨ। ਇਹੀ 5 ਰੁਪਏ ਬਾਅਦ ਵਿੱਚ ਉਹਨਾਂ ਦੀ ਨਿਸ਼ਕਾਮ ਸੇਵਾ ਸਦਕਾ ਕਰੋੜਾਂ ਰੁਪਇਆਂ ਵਿੱਚ ਬਦਲ ਗਏ। ਉਸਨੇ ਇਸ ਕੰਮ ਵਾਸਤੇ ਕਿਸੇ ਇਮਾਰਤ ਦੀ ਲੋੜ ਮਹਿਸੂਸ ਨਹੀਂ ਕੀਤੀ, ਕਿਸੇ ਦਾ ਸਾਥ ਨਹੀਂ ਲੋਚਿਆ ਤੇ ਕਿਸੇ ਤੋਂ ਚੰਦਾ ਨਹੀਂ ਮੰਗਿਆ। ਉਸਨੇ ਰੱਬ ਨੂੰ ਮਨ ਵਿੱਚ ਧਾਰ ਕੇ ਸਿੱਧੇ ਹੀ ਇੱਕ ਦਰਖਤ ਦੀ ਛਾਂ ਹੇਠਾਂ ਇਹ ਕੰਮ ਆਰੰਭ ਦਿੱਤਾ। ਉਸ ਦੀ ਹਿੰਮਤ ਨੂੰ ਵੇਖ ਕੇ ਬਹੁਤ ਸਾਰੇ ਲੋਕ ਅੱਗੇ ਆਏ। ਕਿਸੇ ਨੇ ਹੱਥੀਂ ਸੇਵਾ ਕੀਤੀ, ਕਿਸੇ ਨੇ ਧਨ ਦਿੱਤਾ, ਕਿਸੇ ਨੇ ਥਾਂ ਦਿੱਤੀ ਤੇ ਕਿਸੇ ਨੇ ਇਮਾਰਤ ਖੜੀ ਕਰਨ ਵਿੱਚ ਹਿੱਸਾ ਪਾਇਆ। 1952 ਈਸਵੀ ਵਿੱਚ ਆਪਨੇ ਪਹਿਲਾ ਬਾਲ ਭਵਨ ਨਿਰਮਲ ਹਿਰਦੇ ਭਵਨ ਨਾਂ ਥੱਲੇ ਖੋਲਿਆ। ਹੌਲੀ-ਹੌਲੀ ਅਜਿਹੇ ਬਾਲ ਭਵਨ ਭਾਰਤ ਦੇ ਹੋਰਨਾਂ ਭਾਗਾਂ ਵਿੱਚ ਵੀ ਖੋਲੇ ਗਏ। 1957 ਵਿੱਚ ਆਸਨਸੋਲ ਵਿਖੇ ਕੋੜੀਆਂ ਦੇ ਰੋਗ ਲਈ ਸ਼ਾਂਤ ਨਗਰ ਦੀ ਸਥਾਪਨਾ ਕੀਤੀ। ਫਿਰ ਹੋਰ ਨਿਰਮਲ ਹਿਰਦੇ ਭਵਨ ਬਣਾਏ। ਇਹਨਾਂ ਭਵਨਾਂ ਵਿੱਚ ਮੌਤ ਕਿਨਾਰੇ ਖਲੋਤੇ ਰੋਗੀਆਂ ਦੀ ਸੰਭਾਲ ਕੀਤੀ ਜਾਂਦੀ ਸੀ। ਨਿਰਮਲ ਹਿਰਦੇ ਭਵਨ ਦੂਜੇ ਦੇਸ਼ਾਂ ਵਿੱਚ ਵੀ ਖੋਲੇ, ਜਿੱਥੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਤੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਂਦਾ।
ਮਦਰ ਟੈਰੇਸਾ ਦੀ ਆਪਣੀ ਕੋਈ ਸੰਪਤੀ ਨਹੀਂ ਸੀ। ਉਹਨਾਂ ਦੀ ਸੰਪਤੀ ਸੀ 2 ਧੋਤੀਆਂ ਦੇ ਜੋੜੇ, ਇੱਕ ਬਾਲਟੀ, ਇੱਕ ਮੱਗ ਤੇ ਇੱਕ ਪਲੇਟ। ਮਦਰ ਟੈਰੇਸਾ ਦੇ ਕੀਤੇ ਗਏ ਮਹਾਨ ਕੰਮਾਂ ਸਦਕਾ ਉਸ ਨੂੰ ਦੁਨੀਆ ਭਰ ਵਿੱਚ ਅਨੇਕਾਂ ਹੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। 1962 ਈਸਵੀ ਵਿੱਚ ਭਾਰਤ ਸਰਕਾਰ ਨੇ ਇਸ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ। 1980 ਈਸਵੀ ਵਿੱਚ ਆਪ ਨੂੰ ਭਾਰਤ ਰਤਨ ਦੀ ਉਪਾਧੀ ਮਿਲੀ। 1993 ਵਿੱਚ ਆਪ ਨੂੰ ਰਾਜੀਵ ਗਾਂਧੀ ਅਵਾਰਡ ਦਿੱਤਾ ਗਿਆ। ਆਪਣੀ ਆਖਰੀ ਉਮਰ ਵਿੱਚ ਆ ਕੇ ਮਦਰ ਟੈਰੇਸਾ ਕਈ ਵਾਰ ਬਿਮਾਰ ਹੋਈ। ਭਾਰਤ ਵਾਸੀਆਂ ਨੇ ਇਹਨਾਂ ਦੇ ਇਲਾਜ ਲਈ ਤਨ ਮਨ ਧਨ ਲਗਾ ਦਿੱਤਾ, ਪਰੰਤੂ ਅੱਜ ਤੱਕ ਮੌਤ ਨੂੰ ਕੌਣ ਜਿੱਤ ਸਕਿਆ ਹੈ। ਅਖੀਰ 5 ਸਤੰਬਰ 1997 ਨੂੰ ਰਾਤ ਦੇ ਲਗਭਗ 9:30 ਵਜੇ ਇਹ ਮਮਤਾ ਦੀ ਮੂਰਤ ਸੰਸਾਰ ਨੂੰ ਸਦਾ ਲਈ ਛੱਡ ਕੇ ਚਲੀ ਗਈ। ਭਾਰਤ ਵਾਸੀ ਕਦੇ ਵੀ ਮਦਰ ਟੈਰੇਸਾ ਦੀਆਂ ਕਾਰਗੁਜ਼ਾਰੀਆਂ ਨੂੰ ਭੁਲਾ ਨਹੀਂ ਸਕਣਗੇ। ਅੱਜ ਸੰਸਾਰ ਦੇ 52 ਦੇਸ਼ਾਂ ਵਿੱਚ 1200 ਨਿਰਮਲ ਹਿਰਦੇ ਆਸ਼ਰਮ ਕੰਮ ਕਰ ਰਹੇ ਹਨ। ਇਹਨਾਂ ਵਿੱਚ ਲਗਭਗ 2000 ਅਧਿਆਪਕ ਕੰਮ ਕਰ ਰਹੇ ਹਨ ਤੇ ਇੱਥੇ ਲਗਭਗ 30,000 ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਹਨ। ਔਖੇ ਸ਼ਬਦਾਂ ਦੇ ਅਰਥ। ਅਣਥ